کہ ہر بندے کے چہرے پہ دو آنکھیں، ایک ناک، دو ہونٹ، دو کان لگائے ہیں، سیمیٹریکل، لیکن ہر بندے کی شکل دوسرے سے مختلف ہے۔ یہی جو ہمارے انڈیا، پاکستان، بنگلہ دیش کے لوگ جو ہیں باہر کے ملکوں میں جا کے انہوں نے اپنے انگوٹھے ہی کاٹ لیے تھے تاکہ پتہ ہی نہ چلے کس ملک سے ہیں، کہاں سے ہیں۔ Hey guys, welcome back to the channel. So today we are gonna react a video ਜਿਹਦੇ ਵਿੱਚ ਅਲੀ ਮਿਰਜ਼ਾ ਸਾਹਿਬ ਗੱਲ ਕਰ ਰਹੇ ਆ ਕਿ ਜੋ ਅੱਲਾ ਦਾ ਇਹ ਸਿਸਟਮ ਆ ਉਹ ਕਿੰਨਾ ਕੁ ਪਰਫੈਕਟ ਆ। ਇਹਦੇ ਬਾਰੇ ਆਪਾਂ ਅੱਗੇ ਵੀ ਗੱਲਾਂ ਕੀਤੀਆਂ ਪਰ ਇਹ ਥੋੜੀ ਜਿਹੀ ਆਈ ਥਿੰਕ ਡੀਪ ਹੋਏਗੀ। ਸੋ ਥੋੜਾ ਐਨਾਲਾਈਜ਼ ਕਰਦੇ ਆ ਇਸ ਚੀਜ਼ ਨੂੰ ਤੇ ਵੀਡੀਓ ਨੂੰ ਦੇਖਦੇ ਆ ਤੇ ਹੋਰ ਤਰ੍ਹਾਂ ਦੀਆਂ ਵੀਡੀਓਜ਼ ਵੀ ਆਪਣੇ ਚੈਨਲ ਤੇ ਅਪਲੋਡ ਹੁੰਦੀਆਂ ਰਹਿੰਦੀਆਂ, ਸਿਰਫ ਰਿਲੀਜੀਅਸ ਨਹੀਂ, ਐਂਟਰਟੇਨਮੈਂਟ, ਕਾਮੇਡੀ, ਰਿਲੀਜੀਅਸ ਤਾਂ ਹੁੰਦੀਆਂ ਹੀ ਆ, ਕੁਝ ਇਨਫੋਰਮੇਟਿਵ, ਪੋਲੀਟੀਕਲ, ਸਭ ਤਰ੍ਹਾਂ ਦੀਆਂ ਹੁੰਦੀਆਂ ਤੇ ਐਕਸਟਰਾ ਚੈਨਲ ਵੀ ਆਪਣਾ ਇੱਕ ਜਿਹਦੇ ਤੇ ਆਪਾਂ ਸਭ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕਰਦੇ ਹਾਂ। ਕੋਈ ਡਰਾਮਾ ਰਿਐਕਸ਼ਨ ਹੈ ਜਾਂ ਇਮਰਾਨ ਖਾਨ ਦੀਆਂ ਜਾਂ ਕਿਸੇ ਹੋਰ ਵੀ ਪੋਲੀਟੀਕਲ ਲੀਡਰ ਦੀਆਂ ਜਾਂ ਕੋਈ ਫਨੀ ਹੈ, ਕੋਈ ਟ੍ਰੇਲਰ ਹੈ, ਸਭ ਤਰ੍ਹਾਂ ਦੀਆਂ ਵੀਡੀਓਜ਼ ਉਹ ਐਕਸਟਰਾ ਚੈਨਲ ਤੇ ਅਪਲੋਡ ਹੁੰਦੀਆਂ। ਦੋਨਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸਭ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਉਹ ਕੰਜ਼ਿਊਮ ਕਰ ਸਕਦੇ ਆ, ਤੁਸੀਂ ਵੇਖ ਸਕਦੇ ਆ, ਵਾਚ ਕਰ ਸਕਦੇ ਆ ਆਪਣੀ ਪੂਰੀ ਫੈਮਿਲੀ ਦੇ ਨਾਲ। ਸੋ ਜਸਟ ਸਬਸਕ੍ਰਾਈਬ ਆਵਰ ਬੋਥ ਚੈਨਲਸ। ਸੋ ਜਿਹੜੀ ਅੱਜ ਦੀ ਵੀਡੀਓ ਹੈ ਸ਼ੁਰੂ ਕਰਦੇ ਹਾਂ ਵਿਦਾਊਟ ਵੇਸਟਿੰਗ ਟਾਈਮ। ਆ ਜਾਓ। وہی اللہ ہے جس نے زمین کو قیام کی جگہ بنایا، والسماء بناء، اور آسمان کو ایک چھت کی مانند بنایا۔ اب یہ ایک آسمان تو وہ ہے جو ہمیں بظاہر بلو کلر کا نظر آتا ہے، ایکچوئل تو اس کا رنگ بلیک ہے۔ یہ تو بلو کلر کی اوزون لیئر ہے جس کی وجہ سے جس پہ جب سورج کی روشنی پڑتی ہے تو آپ کو دن کے وقت آسمان نیلا نظر آتا ہے۔ اصل میں آسمان کا رنگ جو ہے وہ کالا ہے، بلیک، جو رات کے وقت آپ کو نظر آتا ہے۔ اور ایک وہ آسمان کی تہیں ہیں جو مختلف لیئرز ہیں ہمارے اس ایٹماسفیئر کے اوپر، اسٹریٹوسفیئر ہے، ٹروپوسفیئر ہے، اور کئی ایک لیئرز ہیں۔ اور پھر یہ پوری کی پوری جو زمین کے گرد تقریباً 80,000 کلومیٹر کا جو ایٹماسفیئر ہے اس میں سے بھی پہلے 50 کلومیٹر جو ہیں وہ زیادہ ڈینسٹی والے ہیں اور اس کے اوپر جا کے لائٹر ڈینسٹی آتی ہے۔ پھر اس میں کئی ایک لیئرز ہیں جو سورج سے آنے والی ہارمفل ریز کو واپس کرتے ہیں، اور ایسی لیئرز بھی ہیں جو زمین سے جو الیکٹرو میگنیٹک ویوز ہیں جن کی وجہ سے یہ سارا موبائل کا سسٹم، آپ کا کمیونیکیشن کا سسٹم چل رہا ہے، ان کو ریفلیکٹ کرتی ہیں جس کی وجہ سے آپ ایک جگہ سے دوسری جگہ تک ریز کو پہنچاتے ہیں۔ اگر وہ ان کو ریفلیکٹ نہ کریں اور گزرنے دیں، جس طرح سورج کی روشنی کے کچھ حصے جو ہیں گزر کے نیچے تک آتے ہیں، اسی طریقے سے اگر یہ ریز گزر جائیں تو وہ دوسری طرف ہی چلی جائیں گی، واپس زمین کے اوپر سگنل نہیں آئے گی۔ ایسا محکم نظام اللہ تعالیٰ نے بنایا ہے۔ ਅੱਛਾ, ਮੈਂ ਤੁਹਾਨੂੰ ਤੇ ਗੱਲ ਐਡ ਔਨ ਕਰ ਦਿੰਦਾ ਕਿ ਜਿਹੜੀ ਓਜ਼ੋਨ ਪਰਤ ਹੈ ਜਿਹੜੀ ਯੂਵੀ ਰੇਜ਼ ਨੂੰ ਰੋਕਦੀ ਹੈ। ਯੂਵੀ ਰੇਜ਼ ਕਿਹੜੀਆਂ ਹੁੰਦੀਆਂ ਜਿਹੜੀਆਂ ਸਨ ਦੇ ਵਿੱਚੋਂ ਨਿਕਲਦੀਆਂ, ਉਹ ਯੂਵੀ ਰੇਜ਼ ਹੁੰਦੀਆਂ ਤਿੰਨ ਤਰ੍ਹਾਂ ਦੀਆਂ, ਯੂਵੀ ਏ, ਬੀ ਐਂਡ ਸੀ। ਸੋ ਜਿਹੜੀ ਯੂਵੀ ਰੇਜ਼ ਓਜ਼ੋਨ ਪਰਤ ਰੋਕਦੀ ਹੈ ਉਹ ਰੋਕਦੀ ਆਈ ਥਿੰਕ ਯੂਵੀ ਸੀ ਨੂੰ, ਜਿਹਦੇ ਵਿੱਚ ਬਹੁਤ ਹਾਈ ਡੈਂਸਿਟੀ ਹੁੰਦੀ ਹੈ ਕਿ ਜੇਕਰ ਉਹ ਆਪਣੀ ਸਕਿਨ 'ਤੇ ਸਿੱਧਾ ਡਾਇਰੈਕਟ ਪੈਂਦੀ ਹੈ ਤਾਂ ਜਲਨ, ਕੈਂਸਰ, ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਆਪਾਂ ਨੂੰ ਹੋ ਸਕਦੀਆਂ। ਸੋ ਯੂਵੀ ਬੀ ਵਗੈਰਾ ਉਹ ਓਜ਼ੋਨ 'ਚੋਂ ਲੰਘ ਆਉਂਦੀ ਹੈ, ਠੀਕ ਹੈ, ਜਾਂ ਜਿਹਦੇ ਕਰਕੇ ਜੋ ਤੁਸੀਂ ਸਨਸਕਰੀਨ ਲਗਾਉਂਦੇ ਹੋ ਉਹ ਯੂਵੀ ਬੀ ਨੂੰ ਜਾਂ ਯੂਵੀ ਏ ਰੇਜ਼ ਨੂੰ ਰਿਫਲੈਕਟ ਕਰਦੀਆਂ, ਤੁਹਾਡੀ ਸਕਿਨ ਨੂੰ ਬਚਾਉਂਦੀਆਂ, ਜਿੰਨੀਆਂ ਵੀ ਸਨਸਕਰੀਨਸ ਅੱਜ ਕੱਲ੍ਹ ਚੱਲੀਆਂ, ਠੀਕ ਹੈ। ਸੋ ਇਸੇ ਕਰਕੇ ਸਨਸਕਰੀਨ ਬਣਦੀਆਂ। ਅਤੇ ਬਾਕੀ ਜਿਹੜੀ ਓਜ਼ੋਨ ਪਰਤ ਹੈ ਉਹ ਪਹਿਲਾਂ ਤੁਹਾਨੂੰ ਪਤਾ ਸਭ ਨੂੰ ਉਹਦੇ ਵਿੱਚ ਹੋਲ ਹੋ ਰਿਹਾ ਸੀ, ਉਹ ਪਤਲੀ ਹੋ ਗਈ ਸੀ, ਅਤੇ ਹੁਣ ਹੌਲੀ ਹੌਲੀ ਕਿਉਂਕਿ ਜਿਹੜੇ ਆਪਾਂ ਰੈਫਰੀਜਰੇਟਰਸ ਵਗੈਰਾ ਜਾਂ ਏਸੀਜ਼ ਵਗੈਰਾ ਪਹਿਲਾਂ ਯੂਜ਼ ਕਰਦੇ ਸੀ ਉਹਦੇ ਵਿੱਚੋਂ ਇੱਕ ਇੱਦਾਂ ਦੀ ਗੈਸ ਯੂਜ਼ ਕੀਤੀ ਜਾਂਦੀ ਸੀ ਜਿਹਦੇ ਕਰਕੇ ਓਜ਼ੋਨ ਪਰਤ 'ਤੇ ਨੁਕਸਾਨ ਹੋ ਰਿਹਾ ਸੀ, ਪਰ ਉਹ ਸਾਰੇ ਦੁਨੀਆ ਨੇ ਰਲ ਕੇ ਉਸ ਚੀਜ਼ ਨੂੰ ਬੈਨ ਕੀਤਾ ਅਤੇ ਉਹਦੀ ਜਗ੍ਹਾ 'ਤੇ ਕਿਸੇ ਹੋਰ ਗੈਸ ਦੇ ਨਾਲ ਉਹਨੂੰ ਰਿਪਲੇਸ ਕੀਤਾ ਗਿਆ, ਜਿਹਦੇ ਕਰਕੇ ਜਿਹੜੀ ਹੁਣ ਓਜ਼ੋਨ ਪਰਤ ਦੁਬਾਰਾ ਤੋਂ ਸੈੱਟ ਹੋਣੀ ਸ਼ੁਰੂ ਹੋ ਗਈ ਹੈ। اوکے سو ਅੱਗੇ ਦੇਖਦੇ ਹਾਂ। ਇੱਕ ਸਾਇੰس ਦਾ فیکٹ ਸੀ ਮੈਨੂੰ ਲੱਗਾ ਤੁਹਾਡੇ ਨਾਲ شیئر کر لینا چاہیے۔ سو ਅੱਗੇ ਦੇਖਦੇ ہیں۔ آ جاؤ۔ اور زمین کو بھی آپ بچھونا، ہر سیکنڈ میں 2 زلزلے آتے ہیں زمین کے اوپر، ہر سیکنڈ میں، لیکن ان کا میگنیچیوڈ بہت کم ہوتا ہے۔ اگر وہ بڑھ جائے تو ہر سیکنڈ میں 2 دفعہ زمین تباہ ہو۔ تو یہ اللہ تعالیٰ ہے جس نے زمین کو، ایسی زمین کو جس میں ہر سیکنڈ میں 2 زلزلے آ رہے ہیں، ایسا اس کو قرار کے اوپر رکھا ہے، اور اس کی اپنی تمام موشنز کے باوجود اتنی بیلنس بنا کے رکھا ہے کہ یہاں پر نظام زندگی جو چلتا ہے۔ وَصَوَّرَكُمْ، اور اس نے تمہاری صورت بنائی ہے، فَأَحْسَنَ صُوَرَكُمْ، اور کیا ہی خوبصورت تمہیں سنوارا ہے۔ یعنی یہ تو اب پھر ایک پوری سائنس ہے نا جی، انسان اپنے اندر جھانکنا شروع کر دے تو انسان پریشان ہو جاتا ہے، کیا نظام بنایا ہے۔ ایک تو شکل کی ظاہری شکل و صورت جو ہے وہ ہے، اللہ تعالیٰ نے آپ دیکھیں کہ ہر بندے کے چہرے پہ 2 آنکھیں، ایک ناک، 2 ہونٹ، 2 کان لگائے ہیں،
सिमेट्रिकल। लेकिन हर बंदे की शक्ल दूसरे से मुख्तलिफ है। नाक ही लगाया ना सबको, आंखें ही लगाई है ना, होंठ बिकॉज ऑफ डीएनए और मे बी जीन्स। ही लगाया है ना। यानी आपकी मैथमेटिक्स फेल हो जाती है कि प्रोबेबिलिटी की अगर आप थ्योरी लगाएंगे तो 2 raised to power n पॉसिबिलिटीज बनती है। कितनी चीजें हुई है, 1 2 3 4 5 6 7, ये 7 2 raised to power 7 इतनी पॉसिबिलिटीज बनती है। लेकिन अल्लाह ताला ने इसकी पॉसिबिलिटीज जो है वो अनगिनत बना दी। इंसान की अकल दंग और सांचे से बन बन के निकल रहे हैं इंसान। एक बंदे के 4 बच्चे होते हैं, चारों की शक्लें मुख्तलिफ होती हैं, माँ बाप से मिल भी रही होती है और मुख्तलिफ भी होती हैं। और वो भी अल्लाह ने हिकमत रखी है, अगर वो शक्लें ना मिल रही हो तो दादी दादे को तो प्यार ही कोई ना आए, उनको उन बच्चों में अपने बच्चों का बचपन नजर आता है। ये अल्लाह कहते हैं ना मूल नालों प्याज प्यारा। ताला ने एक ऐसा निजाम बनाया कि वो शक्लें मिलती जुलती भी होती हैं और यूनिक। और फिर आप ये देख लें कि जो ये फिंगर के जो निशानात हैं, फिंगरप्रिंट्स, किसी इंसान के फिंगरप्रिंट्स दूसरे से नहीं मिलते। यानी दुनिया पे 7 अरब इंसान है ना, तो आप 7 अरब इंसानों के फिंगरप्रिंट्स लें, किसी एक शख्स के दूसरे से नहीं मिलते। और 7 अरब कोई छोटा फिगर नहीं है मेरे भाई। 1 अरब गिनती गिनने के लिए ना 25 से 30 साल चाहिए, अगर 24 घंटे सिर्फ गिनती आप गिनते रहे, 1 2 3 4 5 6। 1 अरब कोई छोटी रकम नहीं है। यहाँ पे तो मतलब हमारे वो जो लोगों से माल लूट के तो लोग कह देते हैं 2 अरब लूट लिया, 3 अरब लूट लिया। 3 अरब का लोगों को पता ही नहीं मतलब क्या है। 3 अरब का मतलब है कि अगर कोई शख्स रोजाना भी 1 लाख रुपया खर्च करे ना, 60 साल तक भी खर्च करता रहे ना तो खत्म नहीं होगा। रोजाना लाख रुपया खर्च करे, ये 3 अरब है। क्योंकि रोजाना इंसान का दिल 1 लाख दफा धड़कता है और एक 60 साल की जिंदगी में एक इंसान का दिल जो है वो 3 अरब दफा धड़कता है। तो ये अरब को छोटी रकम नहीं है। आप जरा गिनना शुरू करें, ये लाख तो इंसान को लगता है थोड़ी सी है, लेकिन लाख के बाद आप आगे जाना शुरू करें तो आपको अंदाजा हो जाएगा कि 1 अरब के अंदर जो है वो कितनी बड़ी अमाउंट छुपी हुई है। अच्छा, मैं एक कल ही देख रहा ਸੀਗਾ कि एक बंदे ने वर्ल्ड रिकॉर्ड बनाया, उन्हें 0 ਤੋਂ ਲੈ ਕੇ 1 ਮਿਲੀਅਨ ਤੱਕ ਗਿਣਤੀ ਲਿਖੀ ਹੈ ਐਂਡ ਨੋਟ ਇਨ ਨੰਬਰਸ, ਵਰਡਸ ਦੇ ਵਿੱਚ। ਜਦੋਂ ਆਪਾਂ ਵਰਡਸ ਇੰਗਲਿਸ਼ ਦੇ ਵਰਡਸ ਵਿੱਚ ਲਿਖਦੇ ਨੇ ਨਾ, ਜਦੋਂ ਚੈੱਕ ਭਰਦੇ ਆ ਤਾਂ ਉਦਾਂ ਕਰਕੇ 0 to 1 ਮਿਲੀਅਨ ਉਹਨੇ ਉਹਦਾ ਵਰਲਡ ਰਿकॉर्ड ਬਣਿਆ ਹੈ ਇਹ। तो ये अल्लाह ताला इंसान पैदा कर रहा है। अभी तो ये फिंगरप्रिंट्स की तो बात होगी पुरानी, ये तो 1886 में ये डिस्कवरी हुई थी कि किसी शख्स के फिंगरप्रिंट दूसरे से नहीं मिलते हैं। अब तो मेरे भाई जिस लेवल की डिस्कवरीज हो चुकी हैं आप सोच भी नहीं सकते। यानी आपका जो इंसान का जिस्म है ना, हर एक इंसान के जिस्म का एक अपनी थर्मल जो उसके जिस्म से हीट निकल रही है ना, उसकी भी एक पिक्चर बनती है, वो भी दूसरे से नहीं मैच करती। फिर हर शख्स की जो आंख है ये दूसरे से मैच नहीं करती। आजकल आप देख रहे हैं कि आप इंटरनेशनल एयरपोर्ट्स के ऊपर वो आंखों की पिक्चर उतारते हैं। अब फिंगरप्रिंट्स वाला तो मामला ही पीछे रह गया, क्योंकि कई जो हमारे इंडिया, पाकिस्तान, बांग्लादेश के लोग जो है बाहर के मुल्कों में जाके उन्होंने अपने अंगूठे ही काट लिए थे ताकि पता ही ना चले किस मुल्क से है, कहां से है। उन्होंने क्या उनखा कटो फिर। अब वो आंखों का जो है ना वो लेते हैं पिक्चर तो पहचानी जाती है। ਸਾਡੇ ਵੀ ਇੱਧਰ ਜੇਕਰ ਅਸੀਂ ਆਧਾਰ ਕਾਰਡ ਅਪਲਾਈ ਕਰ ਰਹੇ ਹਾਂ, ਜੋ ਨੈਸ਼ਨਲ ਆਈਡੈਂਟੀਟੀ ਕਾਰਡ ਹੈ, ਠੀਕ ਹੈ, ਤਾਂ ਉਹਦੇ 'ਚ ਵੀ ਅੱਖਾਂ ਦੇ ਜੋ ਅੱਖਾਂ ਨੂੰ ਸਕੈਨ ਕੀਤਾ ਜਾਂਦਾ ਜਾਂ ਕਿਸੇ ਵੀ ਹੋਰ ਪਾਸਪੋਰਟ ਹੈ ਜਾਂ ਪੈਨ ਕਾਰਡ ਹੈ, ਮੇਬੀ ਸਾਰੇ ਦੇ ਵਿੱਚ ਅੱਜ ਕੱਲ੍ਹ ਅੱਖਾਂ ਦਾ जो स्कैन जरूरी ਹੁੰਦਾ। कोई भाग ही नहीं सकता। ये तो इंसान से नहीं भाग सकता, तो अल्लाह से कौन भाग सकता। सहाबा किराम अलैहिम रिदवान ने ये तमाम की तमाम चीजें बगैर देखे मानी थी और हमें अल्लाह ताला ने वो दिखा के बता मनवा ली, इसलिए कि अल्लाह ने हमें कंपनसेट करना था। सहाबा के सामने नबी सल्लल्लाहु अलैहि वसल्लम की मुबारक जात थी, अल्लाह की हुज्जत दुनिया। आज नबी अलैहि सलाम दुनिया में मौजूद नहीं है, तो अल्लाह ताला ने उसकी कंपनसेशन इस फॉर्म में फरमाई है कि अल्लाह ताला ने कई एक चीजें जो उस जमाने में सिर्फ गैब पे ईमान वाली चीजें थी वो खोल के सामने कर।
किसी शख्स ने सोचा था? अल्लाह ताला सूरह बनी इसराइल में फरमाता है हर शख्स का नामा माल हमने उसके गले में लटका दिया, क़यामत दिन उसके सामने ले आएंगे। लोग सोचते थे गले में, यार क्या इतनी सी जगह के ऊपर कैसे नामा माल लटकाया जा सकता है? वो ग्लैंड अल्लाह ने ऐसा बना दिया है जिसमें सारी चीजें स्टोर हो रही है, इतनी सी चीज में कैसे स्टोरेज हो सकती है? आज आप देख लें इतनी इतनी जो है वो टेराबाइट्स के अंदर यूएसबीज और मेमोरी कार्ड आ गए जिनमें आप ये तमाम की तमाम चीजें स्टोर कर सकते हैं। यानी कोई मसला ही नहीं है, ये अल्लाह ताला ने हमें दिखा दिया। वरज़क़कुम मिनत-तय्यिबात, और उसने तुम्हारे लिए खाने की पाकीज़ा चीजें बनाई हैं। ज़ालिकुमुल्लाहु रब्बुकुम, और ये है अल्लाह तुम्हारा रब। फतबारकल्लाहु रब्बुल आलमीन, तो बस बड़ी ही बरकत वाली जात है अल्लाह जो तमाम जहानों का पालने वाला है। वैसे इंडिया, पाकिस्तान, बांग्लादेश, अफगानिस्तान का मौलवी सही कहता है कि कुरान पढ़ोगे तो गुमराह हो जाओगे, क्योंकि जो हदायत उसने समझी हुई है ना कुरान पाक बिल्कुल उसके अपोजिट है। ये चंद एक आयात पढ़ के किसी ने किसी बाबे को मदद के लिए पुकारना है, किसी फरिश्ते को मदद के लिए पुकारना है, किसी जिन को, किसी बुजुर्ग को, किसी नबी को, किसी सहाबी को मदद के लिए पुकारेगा, जिसको ये चीजें पता चलेगी कि अल्लाह ताला बार बार कह रहा है ਤੁਹਾਡਾ रब, अल्लाह दे बंदे हो, रब दियां क्वालिटीज होंदियां ने, तुसी किहनू रब मन्ने है? जो इंसान अपना पेशाब ना रोक सके वो किसी का मुश्किल कुशा कैसे हो सकता है? मेरे भाइयों, दुनिया में कोई बड़े से बड़ा इंसान भी अपना पेशाब नहीं रोक सकता, नेवर। ओ माय गॉड यार। ਓਕੇ ਸੋ ਗਾਇਜ਼, ਇਹ ਸੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਇਹਨਾਂ ਨੇ ਬੜਾ ਸੋਹਣਾ ਬਿਆਨ ਕੀਤਾ। ਹਰ ਇੱਕ ਗੱਲ ਮਤਲਬ ਇਸ ਢੰਗ ਨਾਲ ਆਪਾਂ ਨੂੰ ਸਮਝਾਉਂਦੇ ਆ ਨਾ, ਇੰਨੀ ਬਰੀਕੀ ਵਿੱਚ ਜਾ ਕੇ, ਕਿ ਆਪਾਂ ਸੋਚਣ ਤੇ ਮਜਬੂਰ ਹੋ ਜਾਂਦੇ ਹਾਂ ਕਿ ਯਾਰ ਆਪਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੰਨਾ ਡੂੰਘਾ ਨਹੀਂ ਸੋਚਦੇ ਕਿ ਆਹ ਚੀਜ਼ਾਂ ਇੱਦਾਂ ਹੋਈਆਂ। ਕਦੇ ਇਹ ਵੀ ਨਹੀਂ ਸੋਚਿਆ ਹੋਣਾ ਕਿ 1 ਅਰਬ ਨੂੰ ਗਿਣਨ ਦੇ ਲਈ ਕਿੰਨਾ ਟਾਈਮ ਲੱਗੂਗਾ। ਅੱਜ ਕੱਲ੍ਹ ਤਾਂ ਮਸ਼ੀਨਾਂ ਆ ਗਈਆਂ, ਹਰ ਬੈਂਕਿੰਗ ਸਿਸਟਮ ਦੇ ਵਿੱਚ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹਦੇ ਨਾਲ 1 ਸੈਕਿੰਡ ਦੇ ਵਿੱਚ ਗਿਣੇ ਜਾਂਦੇ ਨੋਟ ਕਾਫੀ ਸਾਰੇ। ਤੇ ਚਲੋ ਉਹ ਇੱਕ ਡਿਫਰੈਂਟ ਚੀਜ਼ ਹੈ, ਲੇਕਿਨ ਜੇਕਰ ਤੁਸੀਂ ਗਿਣਨਾ ਸ਼ੁਰੂ ਕਰੋ ਤਾਂ ਤੁਹਾਨੂੰ ਇੰਨੇ ਸਾਲ ਲੱਗ ਜਾਣਗੇ, ਇਹਨਾਂ ਨੇ ਦੱਸਿਆ ਹੈ ਨਾ। ਜਾਂ ਫਿਰ ਆਪਣਾ ਇਨਸਾਨੀ ਜੋ ਬੋਡੀ ਹੈ ਉਹ ਕਿਸ ਤਰ੍ਹਾਂ ਬਣੀ ਹੈ, ਅੰਦਰਲਾ ਸਾਰਾ ਜੋ ਸਟਰਕਚਰ ਹੈ ਉਹ ਕਿਸ ਤਰ੍ਹਾਂ ਬਣਿਆ। ਫਿੰਗਰਪ੍ਰਿੰਟਸ ਕਿਸੇ ਦੇ ਨਹੀਂ ਮੈਚ ਹੁੰਦੇ, ਅੱਖਾਂ ਕਿਸੇ ਦੀਆਂ ਮੈਚ ਨਹੀਂ ਹੁੰਦੀਆਂ ਇੱਕ ਦੂਜੇ ਨਾਲ, ਚਿਹਰਾ ਕਿਸੇ ਦਾ ਮੈਚ ਨਹੀਂ ਹੁੰਦਾ। ਇੰਨੇ ਅਰਬਾਂ ਦੀ ਦੁਨੀਆ ਦੇ ਵਿੱਚ, ਮਤਲਬ ਅਰਬਾਂ ਦੇ ਜੋ ਲੋਕ ਹੈ, ਕਿਸੇ ਦੀ ਸ਼ਕਲ ਇੱਕ ਦੂਜੇ ਨਾਲ ਨਹੀਂ ਮਿਲਦੀ। ਸਿਮਿਲੈਰਿਟੀਜ਼ ਜ਼ਰੂਰ ਹੁੰਦੀਆਂ, ਸਿਮਿਲਰ ਹੋ ਸਕਦੀ ਹੈ, ਲੇਕਿਨ ਸੇਮ ਨਹੀਂ ਹੁੰਦੀ। ਇਹਦੇ ਦੀਆਂ ਕਈ ਕਹਾਵਤਾਂ ਵੀ ਬਣ ਜਾਂਦੀਆਂ ਕਿ ਦੁਨੀਆ ਦੇ ਵਿੱਚ 7 ਇਨਸਾਨ ਹੁੰਦੇ ਆ ਕਿ ਜਿਨ੍ਹਾਂ ਦੀਆਂ ਸ਼ਕਲਾਂ ਇੱਕ ਦੂਜੇ ਨਾਲ ਮਿਲਦੀਆਂ ਹੁੰਦੀਆਂ, ਡਿਟੋ ਹੁੰਦੇ ਆ, ਸੇਮ ਹੁੰਦੇ ਆ। ਕਈ ਵਾਰੀ ਜੋ ਜੁੜਵਾ ਬੱਚੇ ਹੁੰਦੇ ਆ, ਟਵਿਨਸ ਹੁੰਦੇ ਆ, ਉਹਨਾਂ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਫੀਚਰਸ ਸੇਮ ਦੇਖਣ ਨੂੰ ਮਿਲ ਜਾਣਗੇ, ਉਹਨਾਂ ਦੇ ਫੇਸ ਦੇ, ਮੁਹਾਂਦਰੇ ਦੇ, ਨੈਣ ਨਕਸ਼ ਵਗੈਰਾ ਹੈ ਨਾ, ਲੇਕਿਨ ਫਿਰ ਵੀ ਉਹ ਵੀ ਡਿਟੋ ਸੇਮ ਨਹੀਂ ਹੁੰਦੇ। ਅਤੇ ਦੇਖੋ ਇਹ ਕਿੰਨੀ ਵੱਡੀ ਚੀਜ਼ ਹੈ ਯਾਰ। ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਜੋ ਇਹਨਾਂ ਨੇ ਫਾਰਮੂਲਾ ਇੱਕ ਦੱਸਿਆ ਮੈਥੇਮੈਟਿਕਸ ਦਾ, ਕਿ ਤੁਸੀਂ ਜਿਵੇਂ ਆਹ 7 ਚੀਜ਼ਾਂ ਆਪਣੀਆਂ, ਤਾਂ ਇਹਨਾਂ ਨੂੰ ਜਿਵੇਂ ਵੀ ਉਹਨਾਂ ਨੇ ਫਾਰਮੂਲਾ ਦੱਸਿਆ ਸੀ, ਮੇਰਾ ਮੈਥ ਇੰਨਾ ਚੰਗਾ ਨਹੀਂ ਹੈਗਾ, ਅਤੇ ਉਹ ਕਹਿੰਦੇ ਵੀ ਪੋਸੀਬਿਲਿਟੀਜ਼ ਇੰਨੀਆਂ ਕੀ ਬਣਦੀਆਂ। ਅਤੇ ਆਹ ਦੇਖੋ 7 ਅਰਬ ਕਿੰਨਾ ਵੱਡਾ ਨੰਬਰ ਹੁੰਦਾ। 1 ਅਰਬ ਨੂੰ ਗਿਣਨ ਲਈ 30 ਸਾਲ ਲੱਗਦੇ ਆ, ਅਤੇ 7 ਅਰਬ ਨੂੰ ਗਿਣਨ ਦੇ ਲਈ ਕਿੰਨਾ ਟਾਈਮ ਲੱਗੂ। ਅਤੇ ਇਹ 7 ਅਰਬ ਲੋਕ ਹੈ ਜਿਹੜੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਸਾਰੇ ਡਿਫਰੈਂਟ ਹੈ। ਕਿੰਨੀਆਂ ਵੱਡੀਆਂ ਪੋਸੀਬਿਲਿਟੀਜ਼ ਹੈ। ਫਿਰ ਆਪਾਂ ਰੱਬ ਨੂੰ ਪੁੱਛਦੇ, ਆਪਾਂ ਬਾਬਿਆਂ ਨੂੰ ਪੁੱਛਦੇ ਹਾਂ ਕਿ ਰੱਬ ਕੌਣ ਹੈ, ਰੱਬ ਦੀ ਡੈਫੀਨੇਸ਼ਨ ਕੀ ਹੈ। ਹੁਣ ਇਸ ਤੋਂ ਵਧੀਆ ਡੈਫੀਨੇਸ਼ਨ ਕੀ ਹੋ ਸਕਦੀ ਹੈ ਕਿ ਜਿਹੜੇ ਇਹ ਚੀਜ਼ਾਂ ਬਣਾਈਆਂ ਉਹ ਆ ਰੱਬ, ਜਿਹਨੇ ਆਪਾਂ ਨੂੰ ਪੈਦਾ ਕੀਤਾ। ਨਾ ਜਾਇਆ ਕਰੋ ਬਾਬਿਆਂ ਦੇ ਕੋਲ, ਨਾ ਜਾ ਕੇ ਉੱਥੇ ਆਪਣੇ ਮੱਥੇ ਟੇਕੋ, ਆਪਣਾ ਪੈਸਾ ਬਰਬਾਦ ਕਰੋ, ਆਪਣਾ ਟਾਈਮ ਬਰਬਾਦ ਕਰੋ। ਜੇ ਤੁਹਾਡੇ ਕੋਲ ਪੈਸਾ ਹੈ ਤਾਂ ਕਿਸੇ ਗਰੀਬ ਬੱਚੇ ਦੀ ਹੈਲਪ ਕਰ ਦਿਓ, ਉਹਦੀ ਸਕੂਲਾਂ ਦੀ ਫੀਸ ਭਰ ਦਿਓ। ਜੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੈ ਤਾਂ ਰੱਬ ਨੂੰ ਜਾਣਨ ਦੀ ਕੋਸ਼ਿਸ਼ ਕਰੋ ਖੁਦ, ਨਾ ਕਿ ਕਿਸੇ ਬਾਬੇ ਕੋਲ ਜਾ ਕੇ, ਕਿਉਂਕਿ ਬਾਬਿਆਂ ਨੇ ਉਹਨਾਂ ਦਾ ਬਿਜ਼ਨਸ ਬਣਿਆ ਹੋਇਆ, ਇਟਸ ਪਿਓਰ ਬਿਜ਼ਨਸ ਹਰ ਧਰਮ ਦੇ ਵਿੱਚ। ਠੀਕ ਹੈ, ਹਰ ਧਰਮ ਦੇ ਵਿੱਚ ਇਹੋ ਜਿਹੇ ਬਾਬੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਨੇ ਬੜੀਆਂ ਮਸਜਿਦਾਂ ਬਣਾਈਆਂ ਹੋਈਆਂ, ਵੱਡੀਆਂ ਵੱਡੇ ਟਰਸਟ ਬਣਾਏ ਹੋਏ ਆ, ਬਹੁਤ ਗੁਰਦੁਆਰੇ ਬਣਾਏ ਆ, ਬਹੁਤ ਮੰਦਿਰ ਬਣਾਏ ਆ। ਅਤੇ ਇਹਨਾਂ ਗੁਰਦੁਆਰਿਆਂ, ਮੰਦਿਰਾਂ, ਮਸਜਿਦਾਂ ਦੇ ਵਿੱਚ ਬਹੁਤ ਚੜ੍ਹਾਵਾ ਚੜ੍ਹਦਾ,
ਤੇ ਉਹ ਚੜਾਵੇ ਨੂੰ ਫਿਰ ਵੇਚ ਕੇ ਬੈਂਕ ਬੈਲੈਂਸ ਇਕੱਠੇ ਕੀਤੇ ਜਾਂਦੇ ਆ। ਹੋਰ ਵੀ ਬਹੁਤ ਕੁਝ ਹੁੰਦਾ। ਇਹ ਗੁੱਝੀਆਂ ਗੱਲਾਂ ਬਈ, ਜਦੋਂ ਤੁਸੀਂ ਇਹਨੂੰ ਰਿਸਰਚ ਕਰੋਗੇ ਨਾ ਕਿ ਇਸ ਮੰਦਿਰ ਦੇ ਵਿੱਚ, ਇਸ ਗੁਰਦੁਆਰੇ ਦੇ ਵਿੱਚ ਜਾਂ ਇਸ ਮਸਜਿਦ ਦੇ ਵਿੱਚ ਕਿੰਨਾ ਚੜਾਵਾ ਚੜਦਾ ਤੇ ਉਹ ਜਾਂਦਾ ਕਿੱਧਰ ਹੈ, ਤੁਹਾਨੂੰ ਅੰਦਰਲੀਆਂ ਗੱਲਾਂ ਫਿਰ ਪਤਾ ਲੱਗਦੀਆਂ। ਠੀਕ ਹੈ। ਸੋ ਗੁਰਦੁਆਰੇ ਮੰਦਿਰਾਂ ਵਿੱਚ, ਮਸਜਿਦਾਂ ਦੇ ਵਿੱਚ ਜਿਹੜਾ ਪੈਸਾ ਦੇਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਸ਼ਾਇਦ ਤੁਹਾਡਾ ਜਿਹੜਾ ਕੋਈ ਆਸੇ-ਪਾਸੇ ਤੁਹਾਡੇ ਮਹੱਲੇ ਵਿੱਚ ਜਾਂ ਤੁਹਾਡਾ ਗੁਆਂਢੀ ਹੀ ਉਹਨੂੰ ਲੋੜ ਹੋਵੇ, ਤੇ ਆਈ ਥਿੰਕ ਜੇਕਰ ਉਹਦਾ ਢਿੱਡ ਭਰ ਦੋ ਜਾਂ ਉਹਦੇ ਸਕੂਲ ਦੀ ਫੀਸ ਹੀ ਭਰ ਦੋ ਤਾਂ ਉਹ ਜ਼ਿਆਦਾ ਜਿਹੜਾ ਲੇਖਾ ਲੱਗੂਗਾ ਕਿਸੇ ਹੋਰ ਗੁਰਦੁਆਰੇ ਵਿੱਚ ਜਾਂ ਮੰਦਿਰ ਜਾਂ ਮਸਜਿਦ ਵਿੱਚ ਦਾਨ ਦੇਣ ਦੀ ਬਜਾਏ। ਸੋ ਬਸ ਆਹੀ ਸੀ ਅੱਜ ਦੀ ਵੀਡੀਓ। ਹੋਪ ਸੋ ਤੁਹਾਨੂੰ ਚੰਗੀ ਲੱਗੀ ਹੋਣੀ ਹੈ। ਜਿੱਦਾਂ ਵੀ ਲੱਗੀ ਨੀਚੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰਿਓ ਤਾਂ ਜੋ ਤੁਸੀਂ ਇਦਾਂ ਦੀਆਂ ਵੀਡੀਓਜ਼ ਦੇਖ ਸਕੋ। ਜਿਹੜੇ ਵੀਰ ਭੈਣਾਂ ਦਾ ਇੰਟਰਸਟ ਹੈ ਇਹਨਾਂ ਵੀਡੀਓਜ਼ ਦੇ ਵਿੱਚ, ਤੁਸੀਂ ਇਹ ਵੀਡੀਓਜ਼ ਦੇਖ ਸਕਦੇ ਹੋ। ਤੇ ਨਹੀਂ ਤਾਂ ਆਪਣੇ ਚੈਨਲ ਤੇ ਐਂਟਰਟੇਨਮੈਂਟ, ਕਾਮੇਡੀ ਤੇ ਹੋਰ ਤਰ੍ਹਾਂ ਦੇ ਵੀ ਰਿਐਕਸ਼ਨਸ ਅਪਲੋਡ ਹੁੰਦੇ ਆ। ਦੂਜੇ ਚੈਨਲ ਤੇ ਵੀ ਹੁੰਦੇ ਆ, ਬਹੁਤ ਤਰ੍ਹਾਂ ਦਾ ਕੰਟੈਂਟ ਹੈ, ਇੰਜੋਏ ਕਰ ਸਕਦੇ ਹੋ। ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ। ਸਤਿ ਸ਼੍ਰੀ ਅਕਾਲ।